प्यारे विद्यार्थियों, ਅੱਜ ਅਸੀਂ ਭਾਈ ਵੀਰ ਸਿੰਘ ਦੁਆਰਾ ਰਚਿਤ ਕਵਿਤਾ ਸਮਾਂ ਪੜ੍ਹਨ ਜਾ ਰਹੇ ਹਨ। ਭਾਈ ਵੀਰ ਸਿੰਘ ਨੇ ਪੰਜਾਬੀ ਕਵਿਤਾ ਨੂੰ ਨਵੀਆਂ ਲੀਹਾਂ 'ਤੇ ਪਾਇਆ। ਭਾਈ ਸਾਹਿਬ ਕਵਿਤਾ ਨੂੰ ਰਹੱਸਵਾਦੀ ਮੰਡਲ ਦੀ ਗੂੰਜ ਵੀ ਕਹਿੰਦੇ ਸਨ। ਸਮੁੱਚੇ ਤੌਰ 'ਤੇ ਆਪ ਆਧੁਨਿਕ ਯੁੱਗ ਦੇ ਮਹਾਨ ਕਵੀ ਅਤੇ ਵਾਰਤਾਕਾਰ ਸਨ। ਹੁਣ ਅਸੀਂ ਕਵਿਤਾ ਸਮਾਂ ਦਾ ਸਾਰ ਪੜ੍ਹਨ ਜਾ ਰਹੇ ਹਾਂ। ਰਹੀ ਵਾਸਤੇ ਕੱਤ ਸਮੇਂ ਨੇ ਇੱਕ ਨਾ ਮੰਨੀ, ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ, ਤਿੱਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਭਾਈ ਸਾਹਿਬ ਇਸਤਰੀ ਰੂਪ ਵਿੱਚ ਫਰਮਾਉਂਦੇ ਹਨ ਕਿ ਉਹ ਸਮੇਂ ਦੇ ਅੱਗੇ ਤਰਲੇ ਕਰ ਕਰਕੇ ਥੱਕ ਗਈ ਕਿ ਉਹ ਨਾ ਜਾਵੇ, ਪਰ ਉਸਨੇ ਇੱਕ ਨਾ ਮੰਨੀ। ਉਸਨੇ ਉਸ ਨੂੰ ਫੜ ਕੇ ਆਪਣੇ ਵੱਲ ਖਿੱਚਿਆ, ਪਰ ਉਹ ਪੱਲਾ ਛੁਡਾ ਕੇ ਖਿਸਕ ਗਿਆ। ਉਹ ਉਸ ਨੂੰ ਕਿਸੇ ਹੀਲੇ ਨਾਲ ਵੀ ਰੋਕ ਨਾ ਸਕੀ। ਉਸਨੇ ਉਸ ਦੇ ਰਾਸਤੇ ਵਿੱਚ ਜਿਹੜੀ ਵੀ ਰੁਕਾਵਟ ਪਾਈ, ਉਹ ਉਸ ਨੂੰ ਤੋੜ ਭੰਨ ਕੇ ਅੱਗੇ ਲੰਘ ਗਿਆ। ਇਸ ਪ੍ਰਕਾਰ ਉਹ ਆਪਣੀ ਤਿੱਖੀ ਚਾਲ ਨਾਲ ਸਭ ਛੋਟੀਆਂ ਮੋਟੀਆਂ ਰੁਕਾਵਟਾਂ ਨੂੰ ਚੀਰਦਾ ਹੋਇਆ ਅੱਗੇ ਹੀ ਅੱਗੇ ਤੁਰਦਾ ਗਿਆ। ਅਰਥਾਤ ਮਨੁੱਖ ਸਮੇਂ ਨੂੰ ਕਿਸੇ ਹਿੱਲੇ ਵੀ ਫੜ ਕੇ ਜਾਂ ਕਾਬੂ ਕਰਕੇ ਨਹੀਂ ਰੱਖ ਸਕਦਾ। ਇਹ ਬੜੀ ਤੇਜ਼ੀ ਨਾਲ ਬੀਤਦਾ ਜਾਂਦਾ ਹੈ। ਇਸ ਕਰਕੇ ਜਿਹੜਾ ਵਰਤਮਾਨ ਸਮਾਂ ਹੱਥ ਵਿੱਚ ਹੋਵੇ, ਉਸ ਨੂੰ ਸ਼ੁਭ ਕਰਮਾਂ ਵਿੱਚ ਲਗਾ ਕੇ ਸਫਲ ਕਰਨਾ ਚਾਹੀਦਾ ਹੈ। ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉੱਡਦਾ ਜਾਂਵਦਾ, ਇਹ ਠਹਿਰਨ ਜਾਂਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਭਾਈ ਸਾਹਿਬ ਫਰਮਾਉਂਦੇ ਹਨ ਕਿ ਹੇ ਮਨੁੱਖ, ਤੂੰ ਅਜੇ ਵੀ ਸਮੇਂ ਦੀ ਸੰਭਾਲ ਕਰ। ਤੂੰ ਵਰਤਮਾਨ ਸਮੇਂ ਨੂੰ, ਜਿਹੜਾ ਕਿ ਤੇਰੇ ਹੱਥ ਵਿੱਚ ਹੈ, ਰੱਬੀ ਪ੍ਰੇਮ, ਸਤਸੰਗ ਅਤੇ ਸ਼ੁਭ ਕਰਮਾਂ ਵਿੱਚ ਲਾ ਕੇ ਸਫਲ ਕਰ। ਇਹ ਤੇਰੇ ਹੱਥੋਂ ਬੜੀ ਤੇਜ਼ੀ ਨਾਲ ਨਿਕਲਦਾ ਜਾ ਰਿਹਾ ਹੈ। ਇਹ ਠਹਿਰਨ ਦਾ ਢੰਗ ਨਹੀਂ ਜਾਣਦਾ ਅਤੇ ਜੇਕਰ ਇਹ ਇੱਕ ਵਾਰ ਚਲਾ ਜਾਵੇ ਤਾਂ ਮੁੜ ਕੇ ਵਾਪਸ ਨਹੀਂ ਆਉਂਦਾ। ਇਸ ਕਰਕੇ ਤੈਨੂੰ ਵਰਤਮਾਨ ਸਮੇਂ ਨੂੰ ਸਫਲ ਕਰਨ ਲਈ ਹਰ ਸਮੇਂ ਸ਼ੁਭ ਕਰਮ ਕਰਦੇ ਰਹਿਣਾ ਚਾਹੀਦਾ ਹੈ। ਹੁਣ ਅਸੀਂ ਸਮਾਂ ਕਵਿਤਾ ਦਾ ਕੇਂਦਰੀ ਭਾਵ ਸਮਝਦੇ ਹਾਂ। ਸਮਾਂ ਸਦਾ ਚਲਾਏਮਾਨ ਹੈ। ਮਨੁੱਖ ਇਸ ਨੂੰ ਕਿਸੇ ਹੀਲੇ ਨਾਲ ਵੀ ਰੋਕ ਨਹੀਂ ਸਕਦਾ। ਇਸ ਕਰਕੇ ਹੱਥ ਆਏ ਸਮੇਂ ਨੂੰ ਨਾਮ ਸਿਮਰਨ ਅਤੇ ਨੇਕ ਕੰਮਾਂ ਵਿੱਚ ਲਾ ਕੇ ਸਫਲ ਕਰਨਾ ਚਾਹੀਦਾ ਹੈ। ਟੁਕੜੀ ਜਗ ਤੋਂ ਨਿਆਰੀ ਕਵਿਤਾ ਭਾਈ ਵੀਰ ਸਿੰਘ ਦੀ ਲਿਖੀ ਹੋਈ ਹੈ। ਇਸ ਕਵਿਤਾ ਵਿੱਚ ਭਾਈ ਸਾਹਿਬ ਨੇ ਕਸ਼ਮੀਰ ਦੀ ਕੁਦਰਤੀ ਸੁੰਦਰਤਾ ਨੂੰ ਬੜੇ ਹੀ ਰਹੱਸਮਈ ਢੰਗ ਨਾਲ ਬਿਆਨ ਕੀਤਾ ਹੈ। ਭਾਈ ਸਾਹਿਬ ਲਿਖਦੇ ਹਨ, ਇੱਕ ਦਿਨ ਉਹਨਾਂ ਨੇ ਆਸਮਾਨ ਦੇ ਹੁਸਨ ਮੰਡਲ ਵਿੱਚ ਕੁਦਰਤ ਦੇਵੀ ਨੂੰ ਹੱਸਦੀ, ਖੇਡਦੀ ਅਤੇ ਖੁਸ਼ੀਆਂ ਮਨਾਉਂਦੀ ਤੱਕਿਆ। ਉਸਨੇ ਦੌੜ ਕੇ ਹੁਸਨ ਮੰਡਲ ਵਿੱਚੋਂ ਇੱਕ ਮੁੱਠ ਭਰ ਲਈ। ਉਸ ਦੀ ਇਸ ਮੁੱਠ ਵਿੱਚ ਪਰਬਤ, ਟਿੱਬੇ, ਤਰੇਵੀਂ, ਮੈਦਾਨ, ਚਸ਼ਮੇ, ਨਦੀਆਂ, ਨਾਲੇ, ਝੀਲਾਂ, ਠੰਡੀਆਂ ਛਾਵਾਂ, ਮਿੱਠੀਆਂ ਹਵਾਵਾਂ, ਸੋਹਣੇ ਜੰਗਲ, ਬਰਫ਼, ਧੁੱਪਾਂ, ਮੀਂਹ, ਬੱਦਲ, ਰੁੱਤਾਂ ਅਤੇ ਪਿਆਰੇ ਮੇਵੇ ਆ ਗਏ। ਆਸਮਾਨ ਵਿੱਚ ਖੜੀ ਹੋ ਕੇ ਉਸਨੇ ਇਹਨਾਂ ਨਜ਼ਾਰਿਆਂ ਨਾਲ ਭਰੀ ਮੁੱਠ ਧਰਤੀ ਵੱਲ ਸੁੱਟ ਦਿੱਤੀ। ਜਿਸ ਥਾਂ ਦੇ ਉੱਪਰ ਮੁੱਠ ਵਿਚਲੀਆਂ ਉਪਰੋਕਤ ਸਾਰੀਆਂ ਚੀਜ਼ਾਂ ਡਿੱਗੀਆਂ, ਉੱਥੇ ਕਸ਼ਮੀਰ ਬਣ ਗਿਆ, ਜੋ ਦੁਨੀਆ ਵਿੱਚ ਧਰਤੀ ਦੀ ਨਿਆਰੀ ਟੁਕੜੀ ਹੈ। ਇਸ ਧਰਤੀ ਨੂੰ ਆਸਮਾਨੀ ਛੋਹ ਪ੍ਰਾਪਤ ਹੈ। ਇਸ ਕਰਕੇ ਇਸ ਵਿੱਚ ਰੱਬੀ ਸੁੰਦਰਤਾ ਝਲਕਦੀ ਹੈ। ਇਸ ਦੀ ਸਾਰੀ ਸੁੰਦਰਤਾ ਵਿੱਚ ਆਸਮਾਨ ਦੀਆਂ ਰਮਜ਼ਾਂ ਅਨੁਭਵ ਹੁੰਦੀਆਂ ਹਨ। ਭਾਵ ਕਸ਼ਮੀਰ ਦੀ ਅਦਭੁਤ ਨਜ਼ਾਰਿਆਂ ਨਾਲ ਭਰੀ ਧਰਤੀ ਦਾ ਨਿਰਮਾਣ ਕੁਦਰਤ ਦੇਵੀ ਨੇ ਆਪ ਹੀ ਕੀਤਾ ਹੈ। ਇਸ ਧਰਤੀ ਨੂੰ ਕੋਈ ਆਸਮਾਨੀ ਛੋਹ ਪ੍ਰਾਪਤ ਹੈ। ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ, ਹੁਸਨ ਮੰਡਲ ਵਿੱਚ ਖੜੀ ਖੇਡਦੀ ਖੁਸ਼ੀਆਂ ਛੈਬਰ ਲਾਈ। ਦੌੜੀ ਨੇ ਇੱਕ
ਮੁੱਠ ਭਰ ਲਿੱਤੀ। ਇਸ ਵਿੱਚ ਕੀ ਆਇਆ, ਪਰਬਤ ਟਿੱਬੇ ਅਤੇ ਕਰੇਮੇ ਵਿੱਚ ਮੈਦਾਨ ਸੁਹਾਇਆ। ਭਾਈ ਸਾਹਿਬ ਲਿਖਦੇ ਹਨ ਕਿ ਮੈਨੂੰ ਆਸਮਾਨ ਵਿੱਚ ਕੁਦਰਤ ਦੀ ਦੇਵੀ ਦਿਖਾਈ ਦਿੱਤੀ। ਉਹ ਆਕਾਸ਼ ਦੇ ਹੁਸਨ ਮੰਡਲ ਵਿੱਚ ਖੇਡ ਰਹੀ ਸੀ ਤੇ ਉਸਨੇ ਖੁਸ਼ੀਆਂ ਦੀ ਵਰਖਾ ਲਾਈ ਹੋਈ ਸੀ। ਉਸਨੇ ਦੌੜ ਕੇ ਹੁਸਨ ਮੰਡਲ ਵਿੱਚੋਂ ਇੱਕ ਮੁੱਠ ਭਰ ਲਈ। ਇਸ ਮੁੱਠ ਵਿੱਚ ਕੀ ਸੀ? ਇਸ ਵਿੱਚ ਪਰਬਤ, ਟਿੱਬੇ, ਕਰੇਮੇ ਅਤੇ ਸੋਹਣੇ ਜਿਹੇ ਮੈਦਾਨ ਸਨ। ਚਸ਼ਮੇ, ਨਾਲੇ, ਨਦੀਆਂ, ਝੀਲਾਂ, ਨਿੱਕੇ ਜਿਵੇਂ ਸਮੁੰਦਰ, ਠੰਡੀਆਂ ਛਾਵਾਂ, ਮਿੱਠੀਆਂ ਹਵਾਵਾਂ, ਬਨ ਬਾਗਾਂ ਜਿਹੇ ਸੁੰਦਰ, ਬਰਫਾਂ, ਮੀਂਹਾਂ, ਧੁੱਪਾਂ ਤੇ ਬਦਲਾਂ, ਰੁੱਤਾਂ, ਮੇਵੇ ਪਿਆਰੇ, ਅਰਸ਼ੀ ਨਾਲ ਨਜ਼ਾਰੇ ਆਏ ਉਸ ਮਿੱਠੀ ਵਿੱਚ ਸਾਰੇ। ਭਾਈ ਸਾਹਿਬ ਕਹਿੰਦੇ ਹਨ ਉਸ ਮੁੱਠੀ ਦੇ ਵਿੱਚ ਨਿੱਕੇ ਨਿੱਕੇ ਸਮੁੰਦਰ, ਛੋਟੀਆਂ ਛੋਟੀਆਂ ਨਦੀਆਂ, ਠੰਡੀਆਂ ਹਵਾਵਾਂ, ਬਾਗਾਂ ਵਰਗੇ ਸੋਹਣੇ ਜੰਗਲ, ਬਰਫਾਂ, ਮੀਂਹ, ਧੁੱਪਾਂ, ਬੱਦਲ, ਰੁੱਤਾਂ ਅਤੇ ਪਿਆਰੇ ਮੇਵੇ ਸਨ। ਇਹਨਾਂ ਦੇ ਨਾਲ ਹੀ ਉਸ ਮਿੱਠੀ ਵਿੱਚ ਸਾਰੇ ਆਸਮਾਨੀ ਨਜ਼ਾਰੇ ਵੀ ਆ ਗਏ। ਸੋਹਣੀ ਨੇ ਆਸਮਾਨ ਖੜੋ ਕੇ ਧਰਤੀ ਵੱਲ ਤਕਾ ਕੇ ਇਹ ਮੁੱਠੀ ਖੋਲੀ ਤੇ ਸੁੱਟਿਆ ਸਭ ਕੁਝ ਹੇਠ ਤਕਾ ਕੇ। ਜਿਸ ਥਾਂ ਮੈਂ ਧਰਤੀ ਤੇ ਆ ਕੇ ਇਹ ਮੁੱਠੀ ਡਿੱਗ ਸਾਰੀ, ਉਹ ਥਾਂ ਕਸ਼ਮੀਰ ਬਣ ਗਿਆ ਟੁਕੜੀ ਜੱਗ ਤੋਂ ਨਿਆਰੀ। ਸੋਹਣੀ ਮੁਟਿਆਰ ਬਣੀ ਕੁਦਰਤ ਨੇ ਆਸਮਾਨ ਵਿੱਚ ਖੜੀ ਹੋ ਕੇ ਧਰਤੀ ਵੱਲ ਤੱਕਿਆ। ਉਸਨੇ ਹੇਠਾਂ ਵੱਲ ਦੇਖ ਕੇ ਉਹ ਮੁੱਠ ਖੋਲ੍ਹੀ ਜਿਸ ਵਿੱਚ ਉਸਨੇ ਹੁਸਨ ਮੰਡਲ ਵਿੱਚੋਂ ਕੁਦਰਤੀ ਨਜ਼ਾਰੇ ਭਰੇ ਸਨ। ਉਸਨੇ ਸਭ ਕੁਝ ਹੇਠਾਂ ਸੁੱਟ ਦਿੱਤਾ। ਧਰਤੀ ਉੱਤੇ ਜਿਸ ਥਾਂ ਆ ਕੇ ਇਹ ਸਾਰੀ ਮੁੱਠੀ ਡਿੱਗੀ ਉਹ ਕਸ਼ਮੀਰ ਬਣ ਗਿਆ, ਜੋ ਕਿ ਪਰਬਤਾਂ, ਟਿੱਬਿਆਂ, ਕਰੇਮਿਆਂ, ਮੈਦਾਨਾਂ, ਚਸ਼ਮਿਆਂ, ਨਦੀਆਂ, ਝੀਲਾਂ, ਠੰਡੀਆਂ ਹਵਾਵਾਂ, ਮੇਵਿਆਂ, ਬਾਗਾਂ, ਬਰਫਾਂ, ਧੁੱਪਾਂ ਤੇ ਬੱਦਲਾਂ ਨਾਲ ਭਰਪੂਰ ਜੱਗ ਵਿੱਚ ਸਭ ਤੋਂ ਨਿਆਰੀ ਧਰਤੀ ਦੀ ਇੱਕ ਟੁਕੜੀ ਹੈ ਧਰਤੀ ਪਰ ਛੋ ਅਸਮਾਨੀ ਸੁੰਦਰਤਾ ਵਿੱਚ ਲਿਸ਼ਕੇ, ਧਰਤੀ ਦੇ ਰਸ ਸ਼ਾਦ ਨਜ਼ਾਰੇ ਚਮਚ ਅਸ਼ਦੀ ਚਮਕੇ। ਭਾਈ ਸਾਹਿਬ ਲਿਖਦੇ ਹਨ ਕਿ ਕਸ਼ਮੀਰ ਭਾਵੇਂ ਧਰਤੀ ਦਾ ਇੱਕ ਟੁਕੜਾ ਹੀ ਹੈ, ਪਰ ਆਪਣੇ ਅਦੁੱਤੀ ਹੁਸਨ ਕਰਕੇ ਇਸ ਵਿੱਚ ਆਸਮਾਨੀ ਛੋ ਲੱਗੀ ਪ੍ਰਤੀਤ ਹੁੰਦੀ ਹੈ। ਇਸ ਵਿੱਚ ਅਰਸ਼ਾਂ ਦੀ ਸੁੰਦਰਤਾ ਲਿਸ਼ਕਦੀ ਹੈ। ਧਰਤੀ ਦੇ ਰਸ ਤੇ ਸਵਾਦ ਨਾਲ ਭਰੇ ਇਸ ਨਜ਼ਾਰਿਆਂ ਵਿੱਚੋਂ ਕਿਸੇ ਅਸਮਾਨੀ ਭੇਦ ਦਾ ਅਨੁਭਵ ਹੁੰਦਾ ਹੈ। ਭਾਵ ਕਸ਼ਮੀਰ ਦੀ ਸੁੰਦਰਤਾ ਅਦਭੁਤ, ਵਿਸ਼ਮਾਦਮਈ ਤੇ ਰੱਬੀ ਹੈ। ਕਸ਼ਮੀਰ ਦੀ ਅਦਭੁਤ ਕੁਦਰਤੀ ਨਜ਼ਾਰਿਆਂ ਨਾਲ ਭਰੀ ਧਰਤੀ ਦਾ ਨਿਰਮਾਣ ਕੁਦਰਤ ਦੇਵੀ ਨੇ ਆਪ ਕੀਤਾ ਹੈ ਤੇ ਇਸ ਧਰਤੀ ਨੂੰ ਕੋਈ ਅਸਮਾਨੀ ਛੋਹ ਪ੍ਰਾਪਤ ਹੈ। ਪੂਰੀ ਉਮੀਦ ਹੈ ਕਿ ਅੱਜ ਤੁਹਾਨੂੰ ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਕਵਿਤਾ ਸਮਾਂ ਅਤੇ ਟੁਕੜੀ ਜੱਗ ਤੋਂ ਨਿਆਰੀ ਸਮਝ ਆ ਗਈ ਹੋਏਗੀ। ਧੰਨਵਾਦ।